ਸਤਿ ਸ੍ਰੀ ਅਕਾਲ ਜੀ। ਕਦੇ ਸੋਚਿਆ ਹੈ ਕਿ ਇੱਕ ਦੇਸ਼ ਨੂੰ ਕਿਵੇਂ ਬਣਾਇਆ ਜਾਂਦਾ ਹੈ? ਖਾਸ ਕਰਕੇ ਇੱਕ ਅਜਿਹਾ ਦੇਸ਼ ਜੋ ਹੁਣੇ-ਹੁਣੇ ਆਜ਼ਾਦ ਹੋਇਆ ਹੋਵੇ, ਜਿੱਥੇ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੋਣ, ਅਣਗਿਣਤ ਸੱਭਿਆਚਾਰ ਹੋਣ। ਉਹਨਾਂ ਸਾਰਿਆਂ ਲਈ ਇੱਕ ਨਿਯਮਾਂ ਦੀ ਕਿਤਾਬ ਬਣਾਉਣੀ, ਵਾਹ, ਇਹ ਕੋਈ ਸੌਖਾ ਕੰਮ ਨਹੀਂ ਸੀ। ਪਰ ਇਹੀ ਤਾਂ ਸੀ ਭਾਰਤ ਦਾ ਸੰਵਿਧਾਨ ਬਣਾਉਣ ਦਾ ਮਹਾਨ ਕੰਮ। 2 ਸਾਲ 11 ਮਹੀਨੇ ਤੇ 18 ਦਿਨ। ਇਹ ਸਿਰਫ ਕੋਈ ਤਾਰੀਖਾਂ ਦਾ ਹਿਸਾਬ ਨਹੀਂ ਹੈ। ਇਹ ਉਹ ਸਮਾਂ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ, ਸਭ ਤੋਂ ਵਿਸਤ੍ਰਿਤ ਸੰਵਿਧਾਨ ਨੂੰ ਤਿਆਰ ਕਰਨ 'ਚ ਲੱਗਿਆ। ਸੋਚ ਕੇ ਦੇਖੋ, ਹਰ ਇੱਕ ਦਿਨ, ਹਰ ਇੱਕ ਘੰਟਾ ਲਗਾਤਾਰ ਬਹਿਸਾਂ, ਗੱਲਬਾਤ ਤੇ ਇੱਕ ਪੂਰੇ ਦੇਸ਼ ਦੇ ਭਵਿੱਖ ਨੂੰ ਸਹੀ ਰਾਹ ਤੇ ਪਾਉਣ ਦੀ ਕੋਸ਼ਿਸ਼। ਤਾਂ ਇੰਨਾ ਸਮਾਂ ਲੱਗਿਆ, ਠੀਕ ਹੈ, ਪਰ ਸਵਾਲ ਇਹ ਹੈ ਕਿ ਆਖਰ ਇਹ ਕਹਿੰਦਾ ਕੀ ਹੈ? ਇਸ ਵਿੱਚ ਲਿਖਿਆ ਕੀ ਹੈ? ਚਲੋ ਫਿਰ ਇਸੇ ਸਵਾਲ ਦਾ ਜਵਾਬ ਲੱਭਦੇ ਹਾਂ। ਆਪਾਂ ਇਸ ਮਹਾਨ ਦਸਤਾਵੇਜ਼ ਦੇ ਪਿੱਛੇ ਦੀ ਕਹਾਣੀ ਨੂੰ ਸਮਝਦੇ ਹਾਂ, ਉਹਨਾਂ ਲੋਕਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਇਸ ਨੂੰ ਬਣਾਇਆ, ਤੇ ਉਹਨਾਂ ਵਿਚਾਰਾਂ ਨੂੰ ਪਰਖਦੇ ਹਾਂ ਜਿਨ੍ਹਾਂ ਨੇ ਇੱਕ ਪੂਰੇ ਦੇਸ਼ ਦੀ ਕਿਸਮਤ ਹੀ ਬਦਲ ਦਿੱਤੀ। ਆਓ ਸ਼ੁਰੂ ਕਰੀਏ। ਤਾਂ ਕਹਾਣੀ ਦੇ ਪਹਿਲੇ ਹਿੱਸੇ ਤੇ ਆਉਂਦੇ ਹਾਂ। ਦੇਖੋ, 1947 ਵਿੱਚ ਭਾਰਤ ਆਜ਼ਾਦ ਤਾਂ ਹੋ ਗਿਆ, ਪਰ ਹੁਣ ਅੱਗੇ ਕੀ? ਹੁਣ ਦੇਸ਼ ਨੂੰ ਚਲਾਉਣ ਲਈ ਇੱਕ ਨਵੇਂ ਨਿਯਮ ਕਾਨੂੰਨ ਦੀ ਲੋੜ ਸੀ। ਇੱਕ ਅਜਿਹਾ ਕਾਨੂੰਨ ਜੋ ਅੰਗਰੇਜ਼ਾਂ ਦੇ ਰਾਜ ਦੀ ਛਾਪ ਨੂੰ ਮਿਟਾ ਸਕੇ ਅਤੇ ਇੱਕ ਆਜ਼ਾਦ ਖੁਦਮੁਖਤਿਆਰ ਦੇਸ਼ ਦੀ ਮਜ਼ਬੂਤ ਨੀਂਹ ਰੱਖ ਸਕੇ। ਦੇਖੋ, ਇਹ ਸੰਵਿਧਾਨ ਕੋਈ ਇੱਕ ਦਿਨ 'ਚ ਨਹੀਂ ਬਣ ਗਿਆ। ਇਹ ਇੱਕ ਲੰਬੇ ਸਫ਼ਰ ਦਾ ਨਤੀਜਾ ਸੀ। ਅੰਗਰੇਜ਼ਾਂ ਦੇ ਸਮੇਂ ਤੋਂ ਹੀ ਕਈ ਐਕਟ ਬਣਦੇ ਆ ਰਹੇ ਸਨ, ਜਿਵੇਂ 1858, 1909, 1919 ਦੇ ਐਕਟ, ਪਰ ਸਭ ਤੋਂ ਅਹਿਮ ਸੀ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ। ਇਸ ਨੂੰ ਇੱਕ ਤਰ੍ਹਾਂ ਨਾਲ ਸਾਡੇ ਸੰਵਿਧਾਨ ਦਾ ਬਲੂਪ੍ਰਿੰਟ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਸੇ ਤੋਂ ਹੀ ਸਾਨੂੰ ਸੰਘੀ ਢਾਂਚੇ, ਸੂਬਿਆਂ ਦੇ ਅਧਿਕਾਰਾਂ ਤੇ ਸ਼ਕਤੀਆਂ ਦੀ ਵੰਡ ਵਰਗੇ ਕਈ ਅਹਿਮ ਵਿਚਾਰ ਮਿਲੇ। ਤੇ ਇਹ ਸੁਪਨਾ ਬਹੁਤ ਪੁਰਾਣਾ ਸੀ, ਆਜ਼ਾਦੀ ਤੋਂ ਵੀ ਕਈ ਦਹਾਕੇ ਪਹਿਲਾਂ ਦਾ। ਪਤਾ ਹੈ, ਸਭ ਤੋਂ ਪਹਿਲਾਂ 1934 ਵਿੱਚ ਐਮ.ਐਨ. ਰਾਏ ਨੇ ਇਹ ਵਿਚਾਰ ਰੱਖਿਆ ਸੀ ਕਿ ਭਾਰਤੀਆਂ ਦੀ ਆਪਣੀ ਇੱਕ ਸੰਵਿਧਾਨ ਸਭਾ ਹੋਣੀ ਚਾਹੀਦੀ ਹੈ, ਜੋ ਭਾਰਤੀਆਂ ਲਈ ਭਾਰਤੀਆਂ ਦੁਆਰਾ ਹੀ ਬਣਾਈ ਜਾਵੇ। ਗੱਲ ਸਿਰਫ ਕਾਨੂੰਨ ਬਦਲਣ ਦੀ ਨਹੀਂ ਸੀ, ਗੱਲ ਸੀ ਆਪਣੇ ਭਵਿੱਖ ਦੀ ਕਮਾਨ ਆਪਣੇ ਹੱਥਾਂ 'ਚ ਲੈਣ ਦੀ। ਖੈਰ, ਵਿਚਾਰ ਤਾਂ ਆ ਗਿਆ, ਪਰ ਇਸ ਵਿਚਾਰ ਨੂੰ ਹਕੀਕਤ 'ਚ ਕੌਣ ਬਦਲਦਾ? ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਸ ਇਤਿਹਾਸਿਕ ਕੰਮ ਨੂੰ ਅੰਜਾਮ ਦਿੱਤਾ, ਯਾਨੀ ਕਿ ਸੰਵਿਧਾਨ ਸਭਾ। ਸੱਚ ਕਹਾਂ ਤਾਂ ਇਹੀ ਸਨ ਇਸ ਕਹਾਣੀ ਦੇ ਅਸਲੀ ਹੀਰੋ, ਜਿਨ੍ਹਾਂ ਨੇ ਪੂਰੇ ਭਾਰਤ ਦੀ ਆਵਾਜ਼ ਬਣਨਾ ਸੀ। ਤਾਂ ਸ਼ੁਰੂ ਵਿੱਚ ਇਸ ਸਭਾ ਲਈ 879 ਮੈਂਬਰ ਚੁਣੇ ਗਏ। ਇਹ ਸਾਰੇ ਬ੍ਰਿਟਿਸ਼ ਪ੍ਰਾਂਤਾਂ ਤੇ ਦੇਸੀ ਰਿਆਸਤਾਂ ਤੋਂ ਸਨ, ਤਾਂ ਕਿ ਹਰ ਕਿਸੇ ਦੀ ਗੱਲ ਸੁਣੀ ਜਾ ਸਕੇ। ਪਰ ਫਿਰ ਦੇਸ਼ ਦੀ ਵੰਡ ਹੋ ਗਈ, ਤੇ ਇਸ ਤੋਂ ਬਾਅਦ ਇਹ ਗਿਣਤੀ ਘਟ ਕੇ 299 ਰਹਿ ਗਈ। ਤੇ ਕਮਾਲ ਦੀ ਗੱਲ ਦੇਖੋ, ਇਸ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ, ਯਾਨੀ ਆਜ਼ਾਦੀ ਮਿਲਣ ਤੋਂ ਵੀ ਪਹਿਲਾਂ। ਇਸ ਸਭਾ ਦੀ ਸਥਾਪਨਾ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਹੋਈ ਸੀ ਅਤੇ ਇਸ ਦੇ ਪ੍ਰਧਾਨ ਸਨ ਡਾਕਟਰ ਰਾਜਿੰਦਰ ਪ੍ਰਸਾਦ। ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਨਵੇਂ ਭਾਰਤ ਲਈ ਨਿਯਮ ਬਣਾਉਣ ਦੀ ਕਿੰਨੀ ਜਲਦੀ ਸੀ। ਸਭਾ ਦੇ ਇੱਕ ਮੈਂਬਰ ਟੀ.ਟੀ. ਕ੍ਰਿਸ਼ਨਾਮਾਚਾਰੀ ਨੇ ਬਾਅਦ ਵਿੱਚ ਕਿਹਾ, ਅਖੀਰ 'ਚ ਇਸ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਸਾਰਾ ਭਾਰ ਡਾਕਟਰ ਅੰਬੇਡਕਰ ਤੇ ਆ ਪਿਆ, ਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਹਾਂ। ਇਹ ਸ਼ਬਦ ਸੱਚਮੁੱਚ ਡਾਕਟਰ B.R. ਅੰਬੇਡਕਰ ਦੀ ਭੂਮਿਕਾ ਨੂੰ ਦਰਸਾਉਂਦੇ ਨੇ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਉਹਨਾਂ ਨੇ ਹੀ ਇੰਨੇ ਸਾਰੇ ਵੱਖ-ਵੱਖ ਵਿਚਾਰਾਂ ਨੂੰ ਇੱਕ ਧਾਗੇ ਵਿੱਚ ਪਰੋਇਆ। ਇਸੇ ਕਰਕੇ ਤਾਂ ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਮੁੱਖ ਨਿਰਮਾਤਾ ਕਿਹਾ ਜਾਂਦਾ ਹੈ। ਤਾਂ ਇਹ ਤਾਂ ਹੋਈ ਗੱਲ ਕਿ ਸੰਵਿਧਾਨ ਕਿਸ ਨੇ ਬਣਾਇਆ। ਹੁਣ ਗੱਲ ਕਰਦੇ ਹਾਂ ਕਿ ਇਸ ਵਿੱਚ ਕੀ ਹੈ। ਆਓ ਹੁਣ ਉਹਨਾਂ ਮੂਲ ਸਿਧਾਂਤਾਂ ਤੇ ਨਜ਼ਰ ਮਾਰੀਏ ਜਿਨ੍ਹਾਂ ਨੇ ਭਾਰਤ ਨੂੰ ਇੱਕ ਨਵਾਂ ਆਕਾਰ ਦਿੱਤਾ, ਤੇ ਇਹ ਵੀ ਦੇਖੀਏ ਕਿ ਇਹ ਵਿਚਾਰ ਆਏ ਕਿੱਥੋਂ ਸਨ। ਸਭ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ ਇੱਕ ਉਦੇਸ਼ ਪ੍ਰਸਤਾਵ ਪੇਸ਼ ਕੀਤਾ। ਇਹ ਇੱਕ ਤਰ੍ਹਾਂ ਨਾਲ ਸੰਵਿਧਾਨ ਦਾ ਮਿਸ਼ਨ ਸਟੇਟਮੈਂਟ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਸਾਡਾ ਸੰਵਿਧਾਨ ਕਿਸ ਚੀਜ਼ ਲਈ ਖੜਾ ਹੋਵੇਗਾ। ਨਿਆਂ, ਆਜ਼ਾਦੀ, ਬਰਾਬਰੀ, ਇਹੀ ਸਾਰੇ ਸਿਧਾਂਤ ਬਾਅਦ ਵਿੱਚ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਯਾਨੀ ਪ੍ਰੀਐਂਬਲ ਦਾ ਹਿੱਸਾ ਬਣੇ। ਤੇ ਇੱਕ ਬਹੁਤ ਹੀ ਦਿਲਚਸਪ ਗੱਲ, ਸੰਵਿਧਾਨ ਬਣਾਉਣ ਵਾਲਿਆਂ ਨੇ ਦੁਨੀਆ ਭਰ ਦੇ ਸੰਵਿਧਾਨਾਂ ਨੂੰ ਪੜ੍ਹਿਆ। ਉਹਨਾਂ ਨੇ ਅੰਨ੍ਹੇਵਾਹ ਨਕਲ ਨਹੀਂ ਕੀਤੀ, ਬਲਕਿ ਸਭ ਤੋਂ ਵਧੀਆ ਵਿਚਾਰਾਂ ਨੂੰ ਭਾਰਤ ਦੇ ਹਾਲਾਤਾਂ ਮੁਤਾਬਿਕ ਢਾਲਿਆ। ਜਿਵੇਂ ਬ੍ਰਿਟੇਨ ਤੋਂ ਸੰਸਦੀ ਸਰਕਾਰ ਦਾ ਵਿਚਾਰ ਲਿਆ, ਅਮਰੀਕਾ ਤੋਂ ਮੌਲਿਕ ਅਧਿਕਾਰ, ਆਇਰਲੈਂਡ ਤੋਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਕੈਨੇਡਾ ਤੋਂ ਇੱਕ ਮਜ਼ਬੂਤ ਕੇਂਦਰ ਵਾਲਾ ਸੰਘੀ ਢਾਂਚਾ, ਤੇ ਫਰਾਂਸ ਤੋਂ ਆਜ਼ਾਦੀ, ਸਮਾਨਤਾ ਤੇ ਭਾਈਚਾਰੇ ਦੇ ਆਦਰਸ਼ ਲਏ। ਇੱਕ ਤਰ੍ਹਾਂ ਨਾਲ ਦੁਨੀਆ ਭਰ ਦੀ ਸਿਆਣਪ ਦਾ ਇੱਕ ਖੂਬਸੂਰਤ ਮਿਸ਼ਰਣ ਹੈ। ਤਾਂ ਇੰਨੇ ਸਾਰੇ ਵਿਚਾਰਾਂ ਨੂੰ ਮਿਲਾ ਕੇ ਜੋ ਦਸਤਾਵੇਜ਼ ਤਿਆਰ ਹੋਇਆ, ਉਹ ਬਣਿਆ ਦੁਨੀਆ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ। ਚਲੋ ਹੁਣ ਇਸ ਦੇ ਢਾਂਚੇ ਅਤੇ ਇਸ ਦੇ ਵਿਸ਼ਾਲ ਆਕਾਰ ਤੇ ਥੋੜੀ ਗੱਲ ਕਰਦੇ ਹਾਂ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੀ ਭਾਰਤ ਦੀ ਪੂਰੀ ਪਹਿਚਾਣ ਦੱਸੀ ਗਈ ਹੈ। ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ
ਤੇ ਲੋਕਤੰਤਰੀ ਗਣਰਾਜ। ਇਹ ਸਿਰਫ ਸ਼ਬਦ ਨਹੀਂ ਹਨ, ਇਹਨਾਂ ਦੇ ਡੂੰਘੇ ਮਤਲਬ ਨੇ। ਪ੍ਰਭੂ ਸੱਤਾ ਸੰਪੰਨ ਮਤਲਬ ਅਸੀਂ ਆਪਣੇ ਫੈਸਲੇ ਆਪ ਲਵਾਂਗੇ। ਸਮਾਜਵਾਦੀ ਦਾ ਮਤਲਬ ਸਾਰਿਆਂ ਲਈ ਸਮਾਜਿਕ ਤੇ ਆਰਥਿਕ ਬਰਾਬਰੀ। ਧਰਮ ਨਿਰਪੱਖ ਯਾਨੀ ਸਰਕਾਰ ਦਾ ਕੋਈ ਧਰਮ ਨਹੀਂ, ਸਾਰੇ ਧਰਮ ਬਰਾਬਰ ਨੇ। ਤੇ ਲੋਕਤੰਤਰੀ ਗਣਰਾਜ ਦਾ ਮਤਲਬ ਹੈ ਕਿ ਅਸਲੀ ਤਾਕਤ ਲੋਕਾਂ ਦੇ ਹੱਥਾਂ 'ਚ ਹੈ। ਜਦੋਂ ਸੰਵਿਧਾਨ ਬਣਿਆ ਤਾਂ ਇਸ ਵਿੱਚ 395 ਅਨੁਛੇਦ ਯਾਨੀ ਕਿ ਆਰਟੀਕਲ ਸਨ। ਹੁਣ ਸਵਾਲ ਇਹ ਹੈ ਕਿ ਇਹ ਇੰਨਾ ਲੰਬਾ ਕਿਉਂ ਹੈ? ਇਸ ਦਾ ਕਾਰਨ ਇਹ ਹੈ ਕਿ ਸੰਵਿਧਾਨ ਬਣਾਉਣ ਵਾਲਿਆਂ ਨੇ ਸਿਰਫ ਕੇਂਦਰ ਸਰਕਾਰ ਲਈ ਹੀ ਨਹੀਂ ਬਲਕਿ ਸੂਬਿਆਂ ਲਈ ਵੀ ਪੂਰੇ ਵਿਸਤਾਰ ਨਾਲ ਨਿਯਮ ਬਣਾਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਉਲਝਣ ਦੀ ਕੋਈ ਗੁੰਜਾਇਸ਼ ਨਾ ਰਹੇ। ਤੇ ਇੱਕ ਸਹੀ ਲੋਕਤੰਤਰ ਚਲਾਉਣ ਲਈ ਸੰਵਿਧਾਨ ਨੇ ਸਰਕਾਰ ਨੂੰ 3 ਮੁੱਖ ਥੰਬਾਂ ਤੇ ਖੜਾ ਕੀਤਾ ਹੈ। ਪਹਿਲਾ, ਵਿਧਾਨਪਾਲਿਕਾ, ਜਿਸ ਦਾ ਕੰਮ ਹੈ ਕਾਨੂੰਨ ਬਣਾਉਣਾ। ਦੂਜਾ, ਕਾਰਜਪਾਲਿਕਾ, ਜੋ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਤੇ ਤੀਜਾ, ਨਿਆਂਪਾਲਿਕਾ, ਜੋ ਇਹ ਦੇਖਦੀ ਹੈ ਕਿ ਕਾਨੂੰਨਾਂ ਦੀ ਸਹੀ ਵਿਆਖਿਆ ਹੋਵੇ। ਤਾਕਤ ਦੀ ਇਹ ਵੰਡ ਇਸ ਲਈ ਜ਼ਰੂਰੀ ਹੈ ਤਾਂ ਕਿ ਕੋਈ ਵੀ ਇੱਕ ਹਿੱਸਾ ਹੱਦ ਤੋਂ ਵੱਧ ਤਾਕਤਵਰ ਨਾ ਹੋ ਜਾਵੇ। ਚਲੋ ਹੁਣ ਇਸ ਸਫ਼ਰ ਦੇ ਆਖਰੀ ਪੜਾਅ ਤੇ ਪਹੁੰਚਦੇ ਹਾਂ। ਇੱਕ ਦਸਤਾਵੇਜ਼ ਜੋ ਦਹਾਕਿਆਂ ਪਹਿਲਾਂ ਲਿਖਿਆ ਗਿਆ, ਉਹ ਅੱਜ ਵੀ ਕਿਵੇਂ ਸਾਡੇ ਲਈ ਢੁਕਵਾਂ ਹੈ। ਇਸ ਦਾ ਰਾਜ਼ ਹੈ ਇਸ ਦੀ ਬਦਲਣ ਦੀ ਸਮਰੱਥਾ। ਇਹ ਇੱਕ ਜਿਉਂਦੀ ਜਾਗਦੀ ਵਿਰਾਸਤ ਹੈ। 106 ਤੋਂ ਵੀ ਵੱਧ ਇਹ ਹੈ ਹੁਣ ਤੱਕ ਸਾਡੇ ਸੰਵਿਧਾਨ ਵਿੱਚ ਹੋਈਆਂ ਸੋਧਾਂ ਦੀ ਗਿਣਤੀ। ਇਹ ਨੰਬਰ ਆਪਣੇ ਆਪ ਵਿੱਚ ਇੱਕ ਕਹਾਣੀ ਦੱਸਦਾ ਹੈ। ਇਹ ਸਬੂਤ ਹੈ ਕਿ ਸਾਡਾ ਸੰਵਿਧਾਨ ਪੱਥਰ ਤੇ ਲਕੀਰ ਨਹੀਂ ਬਲਕਿ ਇੱਕ ਜੀਵਿਤ ਦਸਤਾਵੇਜ਼ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਹ ਸਮੇਂ ਦੇ ਨਾਲ ਦੇਸ਼ ਦੀਆਂ ਬਦਲਦੀਆਂ ਲੋੜਾਂ ਦੇ ਨਾਲ-ਨਾਲ ਖੁਦ ਨੂੰ ਬਦਲ ਸਕੇ। ਜਿਵੇਂ ਇੱਕ ਮਸ਼ਹੂਰ ਇਤਿਹਾਸਕਾਰ ਗ੍ਰੈਨਵਿਲ ਆਸਟਿਨ ਨੇ ਕਿਹਾ ਸੀ, ਭਾਰਤੀ ਸੰਵਿਧਾਨ ਸਭ ਤੋਂ ਪਹਿਲਾਂ ਇੱਕ ਸਮਾਜਿਕ ਦਸਤਾਵੇਜ਼ ਹੈ। ਇਸ ਦਾ ਮਤਲਬ ਸਮਝਦੇ ਹੋ? ਇਸ ਦਾ ਮਤਲਬ ਹੈ ਕਿ ਇਹ ਸਿਰਫ ਕਾਨੂੰਨਾਂ ਦੀ ਕਿਤਾਬ ਨਹੀਂ ਹੈ, ਇਹ ਤਾਂ ਸਮਾਜ ਨੂੰ ਬਦਲਣ ਦਾ ਇੱਕ ਸਾਧਨ ਹੈ। ਇਸ ਦਾ ਅਸਲੀ ਮਕਸਦ ਸਦੀਆਂ ਤੋਂ ਚੱਲੇ ਆ ਰਹੇ ਅਨਿਆਏ ਨੂੰ ਖਤਮ ਕਰਨਾ ਤੇ ਇੱਕ ਬਿਹਤਰ ਤੇ ਬਰਾਬਰੀ ਵਾਲੇ ਭਾਰਤ ਦੀ ਸਿਰਜਣਾ ਕਰਨਾ ਹੈ। ਤਾਂ ਆਪਾਂ ਨੇ ਇੱਕ ਨਿਯਮਾਂ ਦੀ ਕਿਤਾਬ ਬਣਾਉਣ ਦੀ ਕਹਾਣੀ ਨਾਲ ਸ਼ੁਰੂਆਤ ਕੀਤੀ ਸੀ, ਪਰ ਸੱਚ ਤਾਂ ਇਹ ਹੈ ਕਿ ਇਹ ਸਫ਼ਰ ਕਦੇ ਖਤਮ ਨਹੀਂ ਹੁੰਦਾ। ਇੱਕ ਸੰਵਿਧਾਨ ਸਿਰਫ ਕਾਗਜ਼ ਦਾ ਟੁਕੜਾ ਨਹੀਂ ਹੁੰਦਾ, ਇਹ ਇੱਕ ਦੇਸ਼ ਦਾ ਆਪਣੇ ਆਪ ਨਾਲ ਕੀਤਾ ਗਿਆ ਇੱਕ ਵਾਅਦਾ ਹੁੰਦਾ ਹੈ। ਤਾਂ ਸਵਾਲ ਇਹ ਹੈ ਕਿ ਜਿਵੇਂ-ਜਿਵੇਂ ਭਾਰਤ ਬਦਲ ਰਿਹਾ ਹੈ, ਇਸ ਸੰਵਿਧਾਨ ਨੂੰ ਅਗਲਾ ਕਿਹੜਾ ਵਾਅਦਾ ਕਰਨਾ ਚਾਹੀਦਾ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਆਪਾਂ ਸਾਰਿਆਂ ਨੇ ਮਿਲ ਕੇ ਲੱਭਣਾ ਹੈ।